Welcome to Happy Punjab YouTube channel. ਹੈਲੋ ਜੀ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਹੈਪੀ ਪੰਜਾਬ ਚੈਨਲ ਤੇ ਮੈਂ ਤੁਹਾਡੀ ਆਪਣੀ ਸਿਮੀ ਪੱਟੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਦੋਸਤੋ ਅੱਜ ਆਪ ਜੀ ਦੇ ਸਾਹਮਣੇ ਮੈਂ ਹਰਦੀਪ ਰਾਜਨ ਨਾਭਾ ਜੀ ਵੱਲੋਂ ਲਿਖੀ ਗਈ ਕਹਾਣੀ ਹੁਕਮੇ ਅੰਦਰ ਸਭ ਕੋ ਦਾ ਦੂਜਾ ਐਪੀਸੋਡ ਰੱਖਣ ਜਾ ਰਹੀ ਹਾਂ। ਪਹਿਲਾ ਐਪੀਸੋਡ ਆਪਾਂ ਰਿਲੀਜ਼ ਕਰ ਚੁੱਕੇ ਹਾਂ। ਪਹਿਲੇ ਐਪੀਸੋਡ ਵਿੱਚ ਤੁਸੀਂ ਸੁਣਿਆ ਹੈ ਕਿ ਸੁਰਜੀਤ ਤੇ ਜੈਸਮੀਨ ਕਾਲਜ 'ਚ ਮਿਲਦੇ ਹਨ, ਉਹਨਾਂ ਵਿੱਚ ਪਿਆਰ ਹੋ ਜਾਂਦਾ ਤੇ ਕਾਲਜ ਤੋਂ ਬਾਅਦ ਜੈਸਮੀਨ ਨੂੰ ਬੈਂਕ 'ਚ ਨੌਕਰੀ ਮਿਲ ਜਾਂਦੀ ਹੈ। ਪਰ ਸੁਰਜੀਤ ਬੇਰੁਜ਼ਗਾਰੀ ਦਾ ਮਾਰਿਆ ਹਾਲੇ ਤੱਕ ਵੀ ਰੁਲ ਰਿਹਾ ਹੁੰਦਾ ਹੈ ਤੇ ਚਿੜਚਿੜਾ ਰਹਿਣ ਲੱਗ ਪੈਂਦਾ ਹੈ। ਫਿਰ ਦੋਵੇਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਨੇ ਤੇ ਸੁਰਜੀਤ ਜੈਸਮੀਨ ਨੂੰ ਅੱਗੇ ਵਧਣ ਲਈ ਕਹਿੰਦਾ ਹੈ, ਪਰ ਉਹ ਉਸਨੂੰ ਇਹ ਦਿਲਾਸਾ ਦਿੰਦੀ ਹੈ ਕਿ ਉਹ ਉਸਦੇ ਨਾਲ ਹੈ ਤੇ ਉਹ ਹਾਰ ਨਾ ਮੰਨੇ ਤੇ ਉਹ ਨੌਕਰੀਆਂ ਦੇ ਫਾਰਮ ਭਰਨੇ ਸ਼ੁਰੂ ਕਰੇ। ਉਸ ਤੋਂ ਅੱਗੇ ਦੀ ਕਹਾਣੀ आप सब दे रूबरू करन जा रही हैं जी। ध्यान नाल सुनना, प्लीज़ लाइक कमेंट एंड शेयर जरूर करते रहना एंड सानू कमेंट करके तो जरूर दस के जाना जी तुहानू कहानी किदां दी लगी। एंड जिन्हां ने साडा चैनल सबसक्राइब नहीं किया वो साडा चैनल भी सबसक्राइब कर लो जी। शुरू करन जा रहे हैं जी तुहाडे सामने हुक्म अंदर सब को कहानी दा दूसरा पार्ट। ਸੁਰਜੀਤ ਨੇ ਨੌਕਰੀਆਂ ਦੇ ਕਾਗਜ਼ ਭਰਨੇ ਸ਼ੁਰੂ ਕਰ ਦਿੱਤੇ, ਪਰ ਫਿਰ ਵੀ ਕਾਫੀ ਸਮਾਂ ਬੀਤਣ ਤੋਂ ਬਾਅਦ ਹੱਥ ਖਾਲੀ ਹੀ ਸਨ। ਉਧਰ ਜੈਸਮੀਨ ਨੇ ਇਹ ਸੋਚਿਆ ਕਿ ਗੱਲਬਾਤ ਕਰਨ ਨਾਲ ਉਸਦੀ ਪੜ੍ਹਾਈ ਦਾ ਸਮਾਂ ਖਰਾਬ ਹੁੰਦਾ ਹੈ ਤਾਂ ਹੁਣ ਉਹ ਕੁਝ ਸਮੇਂ ਲਈ ਗੱਲਬਾਤ ਕਰਨਾ ਬੰਦ ਕਰ ਦੇਵੇਗੀ। ਗੱਲ ਤਾਂ ਪਹਿਲਾਂ ਹੀ ਬੜੀ ਘੱਟ ਹੋ ਗਈ ਸੀ, ਫਿਰ ਜੈਸਮੀਨ ਦਾ ਇਹ ਫੈਸਲਾ ਰਿਸ਼ਤੇ ਵਿੱਚ ਨਵਾਂ ਮੋੜ ਲੈ ਆਇਆ। ਸੁਰਜੀਤ ਸੋਚਣ ਲੱਗਿਆ ਕਿ ਜੈਸਮੀਨ ਹੁਣ ਉਸਨੂੰ ਪਸੰਦ ਨਹੀਂ ਕਰਦੀ ਜਾਂ ਫਿਰ ਉਹ ਨੌਕਰੀਸ਼ੁਦਾ ਹੈ, ਉਸ ਵੇਲੜ ਨਾਲ ਰਿਸ਼ਤਾ ਕਿਉਂ ਰੱਖੇਗੀ। ਉਹ ਤਾਂ ਹੁਣ ਵਧੀਆ ਘਰ ਵਿਆਹ ਕਰਵਾਏਗੀ, ਪਰ ਜੈਸਮੀਨ ਦਾ ਐਸਾ ਕੋਈ ਵਿਚਾਰ ਨਹੀਂ ਸੀ। ਉਹ ਤਾਂ ਬਸ ਸੁਰਜੀਤ ਦੇ ਭਵਿੱਖ ਲਈ ਚਿੰਤਿਤ ਸੀ ਤੇ ਸੋਚਦੀ ਸੀ ਕਿ ਉਹ ਜਦੋਂ ਸਾਰਾ ਧਿਆਨ ਆਪਣੀ ਪੜ੍ਹਾਈ ਵੱਲ ਲਗਾਏਗਾ ਤਾਂ ਉਸਨੂੰ ਜਲਦੀ ਨੌਕਰੀ ਮਿਲ ਜਾਏਗੀ ਤੇ ਫਿਰ ਦੋਵੇਂ ਖੁਸ਼ੀ-ਖੁਸ਼ੀ ਵਿਆਹ ਕਰਵਾ ਕੇ ਇੱਕ ਦੂਜੇ ਨਾਲ ਰਹਿਣਗੇ। ਦੋਹਾਂ ਵਿੱਚ ਹੁਣ ਇੱਕ ਦੂਜੇ ਨੂੰ ਸਮਾਂ ਨਾ ਦੇਣ ਕਰਕੇ ਤਕਰਾਰ ਹੋਣ ਲੱਗ ਪਈ। ਗੱਲ-ਗੱਲ ਤੇ ਲੜਨ ਦਾ ਬਹਾਨਾ ਲੱਭ ਲੈਂਦੇ। ਇੰਜ ਲੱਗਦਾ ਸੀ ਜਿਵੇਂ ਪਿਆਰ ਹੀ ਖਤਮ ਹੋ ਗਿਆ ਹੁੰਦਾ। ਸਿੱਧੇ ਮੂੰਹ ਕੋਈ ਗੱਲ ਨਹੀਂ ਸੀ ਕਰਦਾ, ਹਰ ਵਕਤ ਇੱਕ ਦੂਜੇ ਨੂੰ ਤਿੱਖੇ ਬੋਲ ਹੀ ਬੋਲੇ ਜਾਂਦੇ। ਇੱਕ ਦਿਨ ਸੁਰਜੀਤ ਬਹੁਤ ਦੁਖੀ ਹੋ ਰੱਖਿਆ ਸੀ। ਨਾ ਤਾਂ ਹਾਲੇ ਤੱਕ ਉਸਨੂੰ ਕੋਈ ਰੁਜ਼ਗਾਰ ਮਿਲਿਆ ਸੀ ਤੇ ਨਾ ਹੀ ਜੈਸਮੀਨ ਉਸ ਨਾਲ ਗੱਲਬਾਤ ਕਰਦੀ ਸੀ ਤੇ ਉਸਦਾ ਸੁਭਾਅ ਚਿੜਚਿੜਾ ਹੋ ਗਿਆ ਸੀ। ਉਸਨੇ ਜੈਸਮੀਨ ਨੂੰ ਫੋਨ ਮਿਲਾਇਆ ਤੇ ਮਾੜਾ ਚੰਗਾ ਬੋਲਣ ਲੱਗਾ। ਜੈਸਮੀਨ ਨੇ ਉਸਨੂੰ ਬਹੁਤ ਸਮਝਾਇਆ, ਪਰ ਗੁੱਸੇ 'ਚ ਹੋਣ ਕਰਕੇ ਉਸਨੇ ਜੈਸਮੀਨ ਦੀ ਕੋਈ ਗੱਲ ਤੇ ਯਕੀਨ ਨਾ ਕੀਤਾ। ਆਖਰ ਉਸਨੇ ਕੁਝ ਗਾਲਾਂ ਵੀ ਕੱਢ ਦਿੱਤੀਆਂ। ਜੈਸਮੀਨ ਨੂੰ ਇਹ ਸਭ ਬਰਦਾਸ਼ਤ ਨਾ ਹੋਇਆ ਤੇ ਉਸਨੇ ਉਸਦਾ ਨੰਬਰ ਸਦਾ ਲਈ ਬੰਦ ਕਰ ਦਿੱਤਾ। ਦੋਹਾਂ ਵਿੱਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਮਨਾਉਣ ਦੀ ਕੋਸ਼ਿਸ਼ ਵੀ ਨਾ ਕੀਤੀ। ਹਉਮੈ ਨਾਲ ਭਰ ਗਈ ਕਿ ਦੂਜਾ ਹੀ ਬਣਾਏਗਾ। ਕਾਫੀ ਦਿਨ ਨਿਕਲ ਗਏ, ਦੋਵਾਂ ਵਿੱਚੋਂ ਕੋਈ ਨਾ ਟਲਿਆ। ਗੱਲਾਂ ਕਰਨਾ ਵੀ ਚਾਹੁੰਦੇ ਸੀ ਪਰ ਹਿੰਮਤ ਕਿਸੇ ਵਿੱਚ ਨਹੀਂ ਸੀ। ਸਾਲ ਬੀਤ ਗਏ, ਸੁਰਜੀਤ ਪਟਵਾਰੀ ਬਣ ਗਿਆ। ਉਸਦੇ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ। ਇੱਕ ਦਿਨ ਹਿੰਮਤ ਕਰਕੇ ਉਸਨੇ ਜੈਸਮੀਨ ਨੂੰ ਫੋਨ ਮਿਲਾਇਆ। ਜੈਸਮੀਨ ਨੇ ਫੋਨ ਨਾ ਚੁੱਕਿਆ। ਸੁਰਜੀਤ ਘਬਰਾ ਗਿਆ। ਸ਼ਾਮੀ ਜਦੋਂ ਫੇਰ ਫੋਨ ਮਿਲਾਇਆ ਤਾਂ ਜੈਸਮੀਨ ਨੂੰ ਆਪਣੀ ਨੌਕਰੀ ਬਾਰੇ ਸਾਰੀ ਗੱਲ ਦੱਸੀ ਤੇ ਕਹਿਣ ਲੱਗਿਆ ਕਿ ਉਹ ਉਸਨੂੰ ਮਾਫ ਕਰ ਦੇਵੇ ਤੇ ਹੁਣ ਉਹ ਉਸ ਨਾਲ ਵਿਆਹ ਕਰਵਾਏਗਾ ਤੇ ਦੋਨੋਂ ਖੁਸ਼ੀ-ਖੁਸ਼ੀ ਇਕੱਠੇ ਰਹਿਣਗੇ। ਜੈਸਮੀਨ ਖੁਸ਼ ਹੋਣ ਦੀ ਬਜਾਏ ਰੋਈ ਜਾ ਰਹੀ ਸੀ। ਜਦੋਂ ਸੁਰਜੀਤ ਨੇ ਕਾਰਨ ਪੁੱਛਿਆ ਤਾਂ ਜੈਸਮੀਨ ਰੋਂਦੀ ਹੋਈ ਕਹਿਣ ਲੱਗੀ, ਜੀਤ ਸ਼ਾਇਦ ਹੁਣ ਬਹੁਤ ਦੇਰ ਹੋ ਗਈ ਹੈ, ਕਿਉਂਕਿ ਮੈਂ ਤੇਰਾ ਕਈ ਸਾਲਾਂ ਤੋਂ ਇੰਤਜ਼ਾਰ ਕੀਤਾ, ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਮੇਰਾ ਵਿਆਹ ਰੱਖ ਦਿੱਤਾ, ਸਾਰੀਆਂ ਤਿਆਰੀਆਂ ਹੋ ਗਈਆਂ ਨੇ ਤੇ ਅਗਲੇ ਮਹੀਨੇ ਮੇਰਾ ਵਿਆਹ ਹੈ। ਸਦਾ ਲਈ ਉਹ ਹੁਣ ਇੱਕ ਦੂਜੇ ਨੂੰ ਭੁੱਲ ਜਾਣ ਤਾਂ ਵਧੀਆ ਹੋਵੇਗਾ। ਇਹ ਗੱਲ ਆਖਦੇ ਹੀ ਜੈਸਮੀਨ ਦੇ ਹੱਥੋਂ ਫੋਨ ਥੱਲੇ ਜ਼ਮੀਨ ਤੇ ਗਿਰ ਗਿਆ ਤੇ ਉਹ ਸੁੰਨ ਪਈ ਰੋਈ ਜਾ ਰਹੀ ਸੀ। ਦੂਜੇ ਪਾਸੇ ਸੁਰਜੀਤ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਇੰਜ ਲੱਗ ਰਿਹਾ ਸੀ ਜਿਵੇਂ ਉਸ ਦੀ ਵਸੀ ਵਸਾਈ ਦੁਨੀਆ ਉੱਜੜ ਗਈ ਹੋਵੇ। ਸ਼ਾਇਦ ਦੋਵਾਂ ਦੀ ਕਿਸਮਤ ਵਿੱਚ ਇੱਕ ਦੂਜੇ ਦਾ ਇੰਨਾ ਹੀ ਸਾਥ ਸੀ। ਸ਼ਾਇਦ ਇੱਕ ਦੂਜੇ ਨੂੰ ਸਮਝ ਨਾ ਪਾਏ ਜਾਂ ਫਿਰ ਹਉਮੈ ਤੇ ਜ਼ੁਬਾਨ ਸੰਭਾਲੀ ਹੁੰਦੀ ਤਾਂ ਅੱਜ ਅਲੱਗ-ਅਲੱਗ ਨਾ ਹੁੰਦੇ। ਜਾਂ ਸੁਰਜੀਤ ਦੀ ਨੌਕਰੀ ਪਹਿਲਾਂ ਲੱਗ ਜਾਂਦੀ। ਪਰ ਇਹ ਸਭ ਕਿਵੇਂ ਹੋ ਜਾਂਦਾ? ਜਦੋਂ ਰੱਬ ਨੇ ਲਿਖਿਆ ਕੁਝ ਹੋਰ ਹੋਵੇ ਤਾਂ ਕਿਵੇਂ ਇਨਸਾਨ ਦੀ ਮਰਜ਼ੀ ਚੱਲ ਸਕਦੀ ਹੈ? ਇਨਸਾਨ ਕਠਪੁਤਲੀ ਹੈ ਤੇ ਡੋਰ ਉਸਦੇ ਰੱਬ ਹੱਥ ਹੈ। ਉਹ ਜਿਵੇਂ ਚਾਹੇ ਉਸ ਨਾਲ ਮੇਲ ਤੇ ਜਿਸ ਨਾਲ ਚਾਹੇ ਵਿਛੋੜਾ ਕਰਵਾ ਸਕਦਾ ਹੈ। ਉਹਦੇ ਰੰਗਾਂ ਦਾ ਕੋਈ ਭੇਦ ਨਹੀਂ ਤੇ ਜੇ ਆਦਮੀ ਆਪਣੇ ਮਨ ਚੋਂ ਉਸ ਰੱਬ ਨੂੰ ਵਿਸਾਰ ਕੇ ਮਰਜ਼ੀ ਕਰਦਾ ਤਾਂ ਥਾਂ-ਥਾਂ ਤੇ ਧੱਕੇ ਹੀ ਖਾਂਦਾ। ਬਾਕੀ ਜੋ ਵੀ ਹੁੰਦਾ ਉਹ ਵਾਹਿਗੁਰੂ ਦੇ ਹੁਕਮਾਂ ਅੰਦਰ ਹੀ ਹੁੰਦਾ। ਗੁਰਬਾਣੀ ਵਿੱਚ ਵੀ ਲਿਖਿਆ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਥੈਂਕ ਯੂ ਜੀ।